जीएनओ प्यारे विद्यार्थियों, 12th क्लास दी इंग्लिश की बुक अ रेनबो ऑफ इंग्लिश सैक्शन बी पोएम 6 फादर रिटर्निंग होम क्वेश्चंस आंसर। सो तुसी सारे नोटबुक ते पेन ले लो ते आंसर्स ਨੂੰ ਕਾਪੀ ਡਾਊਨ ਕਰ ਲਓ ਤੇ ਦਿੱਤੀ ਜਾ ਰਹੀ ਐਕਸਪਲੇਨੇਸ਼ਨ ਨੂੰ ਬੜੇ ਧਿਆਨ ਦੇ ਨਾਲ ਸੁਣੋ, ਪਰ ਮਗਰੋਂ ਦੀ ਇਹਨਾਂ ਸਾਰੇ ਆਂਸਰਸ ਨੂੰ ਬਿਨਾਂ ਦੇਖੇ ਘੱਟ ਤੋਂ ਘੱਟ ਇੱਕ ਵਾਰੀ ਜ਼ਰੂਰ ਤੁਸੀਂ ਆਪ ਲਿਖਣ ਦਾ ਅਭਿਆਸ ਕਰਨਾ ਹੈ। ਇਸੇ ਚੈਨਲ ਦੇ ਉੱਤੇ 11th 12th ਗ੍ਰਾਮਰ ਦੀ ਇੱਕ ਹੋਰ ਪਲੇਲਿਸਟ ਹੈ ਜਿਹਦੇ ਵਿੱਚ ਤੁਹਾਡੀ ਇੰਗਲਿਸ਼ ਗ੍ਰਾਮਰ ਐਂਡ ਕੰਪੋਜੀਸ਼ਨ ਦੀ ਕਿਤਾਬ ਦੇ ਐਕਸਰਸਾਈਜ਼ ਨੂੰ ਹੱਲ ਕਰਕੇ ਪਾਇਆ ਜਾ ਰਿਹਾ ਹੈ, ਸੋ ਤੁਸੀਂ ਉਹਦਾ ਲਾਹਾ ਵੀ ਲੈ ਸਕਦੇ ਹੋ। ਸੋ ਆਓ ਸ਼ੁਰੂ ਕਰੀਏ। ਸੋ ਪਹਿਲਾ ਸੈਕਸ਼ਨ ਹੈ ਕੰਪਰੀਹੈਂਸ਼ਨ ਐਂਡ ਇੰਜੋਇਮੈਂਟ। ਕਹਿੰਦੇ ਪਹਿਲਾ ਕੁਐਸਚਨ ਹੈ ਗਿਵ ਦੀ ਸੈਂਟਰਲ ਆਈਡੀਆ ਆਫ ਦੀ ਪੋਇਮ, ਅਰਥਾਤ ਇਸ ਕਵਿਤਾ ਦਾ ਜੋ ਕੇਂਦਰੀ ਭਾਵ ਹੈ वो दबो। और देखिए आंसर। सो ਇਹਦਾ आंसर है बच्चों, the poem's central idea is the modern man's aloofness। aloofness मैंने इकल्लापन, aloof मैंने इकल्ला, ਜਿਹੜਾ ਬੰਦਾ ਇਕੱਲਾ ਹੁੰਦਾ ਉਹਨੂੰ aloof ਕਹਿੰਦੇ ਆ ਤੇ ਉਹ ਐਡਜੈਕਟਿਵ ਹੈ। aloofness ਹੁੰਦਾ ਇਕੱਲਾਪਨ, ਇਹ ਨਾउन ਹੈ। ਸੋ ਦੀ poem's central idea is the modern man's, ਅਜੋਕੇ ਆਦਮੀ ਦਾ ਇਕੱਲਾਪਨ in this fast moving world। ਇਹ ਭੱਜ ਨੱਸ ਦੌੜ ਭੱਜ ਵਾਲੀ ਦੁਨੀਆ ਦੇ ਵਿੱਚ ਅਜੋਕੇ ਆਦਮੀ ਦਾ ਜੋ ਇਕੱਲਾਪਨ ਹੈ, ਇਹ ਇਸ ਕਵਿਤਾ ਦਾ ਕੇਂਦਰੀ ਭਾਵ ਹੈ। Everybody seems in a hurry, ਹਰ ਕੋਈ ਕਾਹਲੀ ਵਿੱਚ ਜਾਪਦਾ ਹੈ। And looks worried, ਅਤੇ ਚਿੰਤਿਤ ਦਿਸਦਾ ਹੈ। Nobody has the time to take an interest in others, ਕਿਸੇ ਕੋਲ ਵੀ ਦੂਜੇ ਨਾਲ ਗੱਲਬਾਤ ਕਰਨ ਦਾ, ਦੂਜੇ ਦੇ ਕੋਲ ਬੈਠਣ ਦਾ, ਦੂਜੇ ਵਿੱਚ ਉਹਦਾ ਕੋਈ ਦੁੱਖ ਸੁੱਖ ਸਾਂਝਾ ਕਰਨ ਲਈ ਸਮਾਂ ਨਹੀਂ ਹੈ। The old are especially vulnerable in this rushing world। ਇਸ ਭੱਜ ਨੱਸ ਕਰਦੀ ਦੁਨੀਆ ਦੇ ਵਿੱਚ ਜਿਹੜੇ ਬਜ਼ੁਰਗ ਲੋਕ ਨੇ ਉਹ ਖਾਸ ਤੌਰ ਤੇ ਇਸ ਮੁਸੀਬਤ ਦਾ ਸ਼ਿਕਾਰ ਹਨ। ਅਰਥਾਤ ਜਵਾਨ ਤੇ ਫਿਰ ਵੀ ਕਿਸੇ ਨਾ ਕਿਸੇ ਢੰਗ ਦੇ ਨਾਲ ਇਸ ਮੁਸ਼ਕਿਲ ਦੇ ਨਾਲ ਨਜਿੱਠ ਰਹਿੰਦੇ ਹਨ, ਪਰ ਬਜ਼ੁਰਗਾਂ ਨੂੰ ਇਹ ਮੁਸੀਬਤ ਜਿਹੜੀ ਹੈ ਜ਼ਿਆਦਾ ਵੱਡੀ ਪੱਧਰ ਤੇ ਡੂੰਘੇ ਤਰੀਕੇ ਦੇ ਨਾਲ ਝੱਲਣੀ ਪੈ ਰਹੀ ਹੈ। ਵਲਨਰੇਬਲ ਮੈਨੇ ਜੇ ਤੇ ਪ੍ਰਭਾਵ ਜ਼ਿਆਦਾ ਪਵੇ ਜਾਂ ਜੋ ਇਸ ਗੱਲ ਦਾ ਸ਼ਿਕਾਰ ਹੋਣ ਦਾ ਸੰਭਾਵਨਾ ਜ਼ਿਆਦਾ ਹੋਵੇ ਉਹਨੂੰ ਕਹਿੰਦੇ ਵਲਨਰੇਬਲ। ਦੀ ਪੋਇਮ ਟਾਕਸ ਅਬਾਊਟ ਅ ਸੈਡ ਓਲਡ ਮੈਨ। ਇਹ ਜਿਹੜੀ ਕਵਿਤਾ ਹੈ ਇੱਕ ਉਦਾਸ ਬਜ਼ੁਰਗ ਆਦਮੀ ਦੀ ਗੱਲ ਕਰਦੀ ਹੈ। ਹੂ ਟਰੈਵਲਸ ਡੇਲੀ ਟੂ ਵਰਕ, ਜੋ ਰੋਜ਼ ਸਫ਼ਰ ਕਰਕੇ ਆਪਣੇ ਕੰਮ ਤੇ ਜਾਂਦਾ ਹੈ। ਬਾਈ ਅ ਲੋਕਲ ਟ੍ਰੇਨ ਦੇ ਰਾਹੀਂ ਇਨ ਮੁੰਬਈ ਦੇ ਵਿੱਚ। ਐਂਡ ਇਜ਼ ਅਨਹੈਪੀ ਵਿਦ ਹਿਜ਼ ਐਨਵਾਇਰਨਮੈਂਟ, ਜੋ ਕਿ ਆਪਣੇ ਵਾਤਾਵਰਨ ਤੋਂ ਆਪਣੇ ਆਲੇ ਦੁਆਲੇ ਤੋਂ ਨਾ ਖੁਸ਼ ਹੈ। ਅਨਹੈਪੀ ਮੈਨੇ ਨਾ ਖੁਸ਼। ਹੀ ਇਜ਼ ਲੋਨਲੀ, ਉਹ ਇਕੱਲਾ ਹੈ। ਬਿਕੋਜ਼ ਹੀ ਹੈਜ਼ ਨੋ ਬੋਡੀ ਟੂ ਟਾਕ, ਕਿਉਂਕਿ ਉਹਦੇ ਕੋਲ ਉਹਦੇ ਨਾਲ ਗੱਲ ਕਰਨ ਨੂੰ ਕੋਈ ਨਹੀਂ ਹੈ। ਫੀਲਿੰਗ ਅਨਈਜ਼ੀ ਇਨ ਹਿਜ਼ ਪ੍ਰੈਜ਼ੈਂਟ, ਅਰਥਾਤ ਆਪਣੇ ਵਰਤਮਾਨ ਦੇ ਵਿੱਚ ਬੇਚੈਨ ਮਹਿਸੂਸ ਕਰਦੇ ਹੋਏ। ਹੀ ਡ੍ਰੀਮਸ, ਉਹ ਸੁਪਨਿਆਂ ਦੀ ਦੁਨੀਆ ਵਿੱਚ ਰਹਿੰਦਾ ਹੈ। ਐਂਡ ਬਰੂਡਸ ਮੈਨੇ ਸੋਚਦਾ ਹੈ। ਅਬਾਊਟ ਦੀ ਪਾਸਟ, ਆਪਣੇ ਬੀਤੇ ਦੇ ਬਾਰੇ ਸੋਚਦਾ ਹੈ। ਦੀ ਪੋਇਮ ਡੀਲਸ ਵਿਦ ਦੀ ਮਾਡਰਨ ਮੈਨਸ ਸਟਰਗਲ ਮੈਨੇ ਸੰਘਰਸ਼। ਜਿਹੜੀ ਇਹ ਪੋਇਮ ਹੈ, ਕਵਿਤਾ ਹੈ, ਅਜੋਕੇ ਮਨੁੱਖ ਦਾ ਜੋ ਸੰਘਰਸ਼ ਹੈ। ਕਿਹਦੇ ਵਾਸਤੇ? ਫॉर ਹੈਪੀਨੈਸ, ਖੁਸ਼ੀ ਵਾਸਤੇ। ਐਂਡ ਸੈਟਿਸਫੈਕਸ਼ਨ, ਰੱਜ ਵਾਸਤੇ। ਮਨੁੱਖ ਨੂੰ ਰੱਜ ਤੇ ਆਉਂਦਾ ਹੀ ਨਹੀਂ ਹੈਗਾ, ਪਰ ਗੁਰੂ ਸਾਹਿਬ ਤੇ ਬੜਾ ਸੋਹਣਾ ਸਮਝਾਉਂਦੇ ਹਨ, ਬਿਨਾਂ ਸੰਤੋਖ ਨਹੀਂ ਕੋ ਰੱਜ ਹੈ। ਸੰਤੋਖ ਤੋਂ ਬਿਨਾਂ ਕਦੇ ਵੀ ਕਿਸੇ ਨੂੰ ਰੱਜ ਨਹੀਂ ਆ ਸਕਦਾ। ਤੇ ਹੈਪੀਨੈਸ ਤੇ ਕਹਿੰਦੇ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਪਾਇਆ, ਆਨੰਦ ਗੁਰੂ ਤੇ ਜਾਣਿਆ। ਸੋ ਜਦੋਂ ਤੱਕ ਮਨੁੱਖ ਬਾਣੀ ਨਹੀਂ ਪੜ੍ਹੇਗਾ, ਨਾਮ ਨਹੀਂ ਜਪੇਗਾ, ਤੇ ਉਹਨੂੰ ਕਦੀ ਵੀ ਖੁਸ਼ੀ ਨਹੀਂ ਮਿਲ ਸਕਦੀ। ਤੇ ਜਦੋਂ ਤੱਕ ਮਨੁੱਖ ਤ੍ਰਿਸ਼ਨਾ ਦੇ ਜੰਜਾਲ ਚੋਂ, ਪਦਾਰਥਵਾਦ ਤੋਂ ਬਾਹਰ ਨਹੀਂ ਆਏਗਾ, ਉਹਨੂੰ ਰੱਜ ਨਹੀਂ ਆ ਸਕਦਾ। ਸੋ ਅਜੋਕੇ ਮਨੁੱਖ ਦਾ ਜੋ ਸੰਘਰਸ਼ ਹੈ ਖੁਸ਼ੀ ਵਾਸਤੇ ਤੇ ਰੱਜ ਵਾਸਤੇ, ਇਹਦੇ ਸੋ ਕਾਲਡ ਮੈਨੇ ਅਖੌਤੀ, ਅਸੀਂ ਕਹਿੰਦੇ ਅਸੀਂ ਬੜੀ ਤਰੱਕੀ ਕਰ ਲਈ ਹੈ, ਅਸੀਂ ਬੜੇ ਐਡਵਾਂਸ ਹੋ ਗਏ ਹਾਂ, ਪਰ ਇਹ ਅਖੌਤੀ ਤੌਰ ਤੇ ਹੀ ਐਡਵਾਂਸ ਹੋਏ ਹਾਂ, ਅਖੌਤੀ ਤੌਰ ਤੇ ਤਰੱਕੀ ਕੀਤੀ ਹੈ। ਸੋ ਇਨ ਦਿਸ ਸੋ ਕਾਲਡ ਪ੍ਰੋਗਰੈਸਿਵ ਮੈਨੇ ਅਗਾਂਹ ਵਧੂ, ਐਂਡ ਪ੍ਰੋਸਪਰਸ ਮੈਨੇ ਖੁਸ਼ਹਾਲ ਸੋਸਾਇਟੀ, ਅਰਥਾਤ ਇਸ ਅਖੌਤੀ ਅਗਾਂਹ ਵਧੂ ਅਤੇ ਖੁਸ਼ਹਾਲ ਸਮਾਜ ਦੇ ਵਿੱਚ ਅਜੋਕੇ ਮਨੁੱਖ ਦਾ ਜਿਹੜਾ ਖੁਸ਼ੀ ਲਈ ਅਤੇ ਰੱਜ ਲਈ ਜੋ ਸੰਘਰਸ਼ ਹੈ, ਉਹਦੇ ਬਾਰੇ ਇਹ ਕਵਿਤਾ ਗੱਲ ਕਰਦੀ ਹੈ। ਦੇਖੋ ਬੱਚਿਓ, ਮਨੁੱਖ ਅਸੀਂ ਪੜ੍ਹ ਚੁੱਕੇ ਹਾਂ ਆਪਣੀ ਛੋਟੀ ਕਲਾਸਾਂ ਦੀ ਕਿਤਾਬਾਂ 'ਚ ਹੀ, ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਸੋ ਜਿਹੜਾ ਸਵਾਦ ਮੈਨੂੰ ਆਪਣੇ ਦੋਸਤ ਨਾਲ ਬੈਠ ਕੇ, ਆਪਣੀ ਪਤਨੀ ਨਾਲ, ਭਰਾ ਦੇ ਨਾਲ ਬੈਠ ਕੇ ਚਾਹ ਪੀਣ ਵਿੱਚ ਆਏਗਾ, ਉਹ ਸਵਾਦ ਮੈਨੂੰ ਕਦੀ ਵੀ ਫੇਸਬੁੱਕ ਰਾਹੀਂ, ਇੰਸਟਾਗ੍ਰਾਮ ਰਾਹੀਂ ਨਹੀਂ ਆ ਸਕਦਾ।
ਸੋ ਇਹ ਗੱਲ ਸਾਨੂੰ ਚੇਤੇ ਰੱਖਣੀ ਚਾਹੀਦੀ ਹੈ, ਜਿਹੜਾ ਹੱਡ ਮਾਸ ਦਾ ਬੰਦਾ ਹੈ ਉਹਦੇ ਨਾਲ ਜੋ ਮੈਂ ਜੱਫੀ ਪਾਵਾਂਗਾ, ਹੱਥ ਮਿਲਾਵਾਂਗਾ, ਗੱਲਾਂ ਕਰਾਂਗਾ, ਹੱਸਾਂਗਾ, ਉਹਦਾ ਬਦਲ ਕੋਈ ਵੀ ਦੁਨੀਆ ਦੀ ਟੈਕਨੀਕ, ਵਿਗਿਆਨ ਦੀ ਕੋਈ ਕਾਢ ਜਿਹੜੀ ਹੈ, ਚਾਹੇ ਫੇਸਬੁੱਕ ਕਹਿ ਲਓ, ਚਾਹੇ ਇੰਸਟਾਗ੍ਰਾਮ ਕਹਿ ਲਓ, ਚਾਹੇ ਟਵਿੱਟਰ ਕਹਿ ਲਓ, ਉਹ ਕਦੀ ਵੀ ਨਹੀਂ ਲੈ ਸਕਦੀ। ਇਹ ਸਾਡੇ ਕੰਮਾਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਸਹਾਈ ਤੇ ਹੋ ਸਕਦੀਆਂ ਨੇ, ਪਰ ਇਹ ਮੁਕੰਮਲ ਤੌਰ ਤੇ ਜੋ ਕੁਦਰਤ ਦੇ ਬਣਾਏ ਅਸੂਲ ਨੇ, ਕੁਦਰਤ ਦੇ ਬਣਾਏ ਜੋ ਨੇਮ ਨੇ, ਉਹਨਾਂ ਦਾ ਬਦਲ ਕਦੀ ਵੀ ਨਹੀਂ ਹੋ ਸਕਦੇ। ਸੋ ਪੱਤੇ ਜਾਂ ਫੁੱਲ ਆਰਟੀਫਿਸ਼ੀਅਲ ਬਣਾਉਟੀ ਕਿੰਨੇ ਵੀ ਸੋਹਣੇ ਕਿਉਂ ਨਾ ਹੋਣ, ਪਰ ਉਹਨਾਂ 'ਚੋਂ ਸੁਗੰਧੀ ਨਹੀਂ ਆ ਸਕਦੀ। ਸੁਗੰਧੀ ਲਈ ਤੇ ਤੁਹਾਨੂੰ ਜਿਹੜੇ ਅਸਲੀ ਬੂਟੇ ਨੇ ਉਹਨਾਂ ਦੇ ਕੋਲ ਜਾ ਕੇ ਹੀ ਬੈਠਣਾ ਪਏਗਾ। ਸੋ ਇਸੇ ਤਰ੍ਹਾਂ ਜੋ ਨਿੱਘ, ਜੋ ਪਿਆਰ, ਮਤਲਬ ਕਿ ਹੁਣ ਮਾਂ ਦੇ ਨਾਲ ਵੀਡੀਓ ਕਾਲ ਜਿੰਨੀਆਂ ਮਰਜ਼ੀ ਕਰੀ ਜਾਓ, ਦੂਰ ਬੈਠੇ, ਕੈਨੇਡਾ ਬੈਠੇ, ਅਮਰੀਕਾ ਬੈਠੇ ਜਾਂ ਇਟਲੀ ਬੈਠੇ, ਪਰ ਜੋ ਮਾਂ ਦੇ ਹੱਥ ਦੀ ਬਣੀ ਰੋਟੀ, ਮੱਕੀ ਦੀ ਰੋਟੀ, ਸਾਗ ਤੇ ਜਿਹੜਾ ਉਹ ਹੱਥ ਨਾਲ ਬਣਾ ਕੇ ਖਿਲਾਏਗੀ, ਉਹ ਸਵਾਦ ਤੁਹਾਨੂੰ ਫੇਸਬੁੱਕ ਤੇ ਨਹੀਂ ਆ ਸਕਦਾ। ਸੋ ਇਹ ਗੱਲ ਨਾ ਬੱਚਿਓ, ਇਹ ਕਵਿਤਾ ਜਿਹੜੀ ਇਸ ਗੱਲ ਨੂੰ ਦਰਸਾਉਂਦੀ ਹੈ ਕਿ ਅਸੀਂ ਕਈ ਵਾਰ ਸਾਇੰਸ ਦੀਆਂ ਕਾਢਾਂ ਤੋਂ ਜਾਂ ਪੈਸੇ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਜਾਂਦੇ ਹਾਂ। ਇਹਨਾਂ ਚੀਜ਼ਾਂ ਦੀ ਲੋੜ ਹੈ, ਪਰ ਇਹਨਾਂ ਦੀ ਕੋਈ ਸੀਮਾਵਾਂ ਹਨ। ਇਹਨਾਂ ਤੋਂ ਅੱਖਾਂ ਮੀਟ ਕੇ ਸਾਨੂੰ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ ਤੇ ਇਹਨਾਂ ਨੂੰ ਸਾਨੂੰ ਵਿਵੇਕ ਬੁੱਧੀ ਨਾਲ ਵਰਤਣਾ ਚਾਹੀਦਾ ਹੈ। ਆਓ ਦੇਖੀਏ ਅਗਲਾ ਸਵਾਲ। ਸੋ ਕੁਐਸਚਨ ਨੰਬਰ 2 ਕਹਿੰਦੇ ਰੀਡ ਦੀ ਲਾਈਨਸ ਗਿਵਨ ਬਿਲੋ ਐਂਡ ਆਨਸਰ ਦੀ ਕੁਐਸਚਨਸ ਦੈਟ ਫੋਲੋ। ਅਰਥਾਤ ਹੇਠ ਲਿਖੀਆਂ ਪੰਕਤੀਆਂ ਨੂੰ ਪੜ੍ਹੋ ਅਤੇ ਜਿਹੜੇ ਕੁਐਸਚਨ ਉਸ ਤੋਂ ਅੱਗੇ ਆਉਂਦੇ ਨੇ ਉਹਨਾਂ ਦਾ ਜਵਾਬ ਦਿਓ। ਹਿਜ਼ ਆਈਜ਼ ਡਿਮਡ ਬਾਈ ਏਜ, ਅਰਥਾਤ ਉਹਦੀਆਂ ਅੱਖਾਂ ਉਮਰ ਦੇ ਨਾਲ ਉਹਨਾਂ ਦੀ ਰੋਸ਼ਨੀ ਘਟ ਗਈ ਹੈ, ਡਿਮ ਹੋ ਗਈਆਂ ਨੇ। ਫੇਡ ਹੋਮਵਰਡ ਥਰੂ ਦੀ ਹਿਊਮਿਡ ਮੌਨਸੂਨ ਨਾਈਟ, ਤੇ ਜਿਹੜੀ ਸਿੱਲੀ ਮੌਨਸੂਨ ਬਰਸਾਤੀ ਮੌਸਮ ਜਿਹੜਾ ਹੁੰਦਾ ਹੈ, ਸਿੱਲੀ ਰਾਤ ਦੇ ਵਿੱਚ ਉਹਦੀਆਂ ਅੱਖਾਂ ਜਿਹੜੀਆਂ ਨੇ ਉਹ ਘਰ ਦੇ ਵਾਲੇ ਪਾਸੇ ਦੇਖਦੀਆਂ ਹੋਈਆਂ ਫਿੱਕੀਆਂ ਪੈ ਰਹੀਆਂ ਹਨ। ਨਾਓ ਆਈ ਕੈਨ ਸੀ ਹਿਮ ਗੈਟਿੰਗ ਆਫ ਦੀ ਟ੍ਰੇਨ, ਮੈਂ ਉਹਨੂੰ ਹੁਣ ਟ੍ਰੇਨ ਤੋਂ ਉਤਰਦੇ ਹੋਏ ਦੇਖ ਰਿਹਾ ਹਾਂ, ਦੇਖ ਸਕਦਾ ਹਾਂ। ਲਾਈਕ ਅ ਵਰਡ ਡਰੋਪਡ ਫਰੋਮ ਅ ਲੌਂਗ ਸੈਂਟੈਂਸ, ਜਿਵੇਂ ਕਿ ਇੱਕ ਲੰਬੇ ਸੈਂਟੈਂਸ ਵਿੱਚੋਂ, ਲੰਬੇ ਵਾਕ ਦੇ ਵਿੱਚੋਂ ਇੱਕ ਸ਼ਬਦ ਨੂੰ ਕੱਢ ਦਿੱਤਾ ਗਿਆ ਹੋਵੇ। ਹੀ ਹਰੀਜ਼ ਅਕ੍ਰੋਸ ਦੀ ਲੈਂਥ ਆਫ ਦੀ ਗ੍ਰੇਟ ਪਲੇਟਫਾਰਮ, ਜਿਹੜਾ ਸਲੇਟੀ ਰੰਗ ਦਾ ਪਲੇਟਫਾਰਮ ਹੈ ਟ੍ਰੇਨ ਦਾ, ਟ੍ਰੇਨ ਸਟੇਸ਼ਨ ਦਾ, ਉਹਦੀ ਲੰਬਾਈ ਨੂੰ ਬੜੀ ਕਾਹਲੀ ਕਾਹਲੀ ਪਾਰ ਕਰਦਾ ਹੈ। ਕ੍ਰੋਸਿਸ ਦੀ ਰੇਲਵੇ ਲਾਈਨ, ਉਹ ਫਿਰ ਰੇਲਵੇ ਦੀ ਜਿਹੜੀ ਪਟਰੀ ਹੈ ਉਹਨੂੰ ਪਾਰ ਕਰਦਾ ਹੈ। ਐਂਟਰਸ ਦੀ ਲੇਨ, ਤੇ ਆਪਣੀ ਗਲੀ ਵਿੱਚ ਪ੍ਰਵੇਸ਼ ਕਰਦਾ ਹੈ। ਸੋ ਕੁਐਸਚਨ ਨੰਬਰ ਇਹ ਹੈਗਾ ਹੈ, ਨੇਮ ਦੀ ਪੋਇਟ, ਅਸੀਂ ਪੜ੍ਹ ਚੁੱਕੇ ਹਾਂ। ਪੋਇਟ ਦੇ ਸਿਰਲੇਖ ਲਿਖਿਆ ਹੈ, ਦੀ ਮਤਲਬ ਸਿਰਲੇਖ ਵਿੱਚ ਲਿਖਿਆ ਹੈ ਦੀ ਪੋਇਟਸ ਨੇਮ ਇਜ਼ ਦਲੀਪ ਚਿੱਤਰੇ, ਇਹ ਤੁਹਾਨੂੰ ਯਾਦ ਕਰਨਾ ਪਏਗਾ ਨਾਮ, ਠੀਕ ਹੈ। ਸੋ ਕਵੀ ਦਾ ਨਾਮ ਦਲੀਪ ਚਿੱਤਰੇ ਹੈ। ਅੱਗੇ ਕਹਿੰਦੇ ਵਿਚ ਲਾਈਨ ਇਨ ਦੀ ਪੋਇਮ ਡਿਸਕ੍ਰਾਈਬਸ ਫਾਦਰਸ ਇਰਰੀਲੀਵੈਂਸ ਟੂ ਦੀ ਟ੍ਰੇਨ। ਇਰਰੀਲੀਵੈਂਸ ਹੁੰਦੀ ਹੈ ਬੱਚਿਓ ਸਾਰਥਕਤਾ, ਅਰਥਾਤ ਹੋਇਆਂ ਜਾਂ ਨਾ ਹੋਇਆਂ ਦਾ ਕੋਈ ਮੈਨੇ ਨਹੀਂ ਰਹਿੰਦਾ। ਕਹਿੰਦੇ ਕਿਹੜੀ ਲਾਈਨ ਜਿਹੜੀ ਪੋਇਮ ਵਿੱਚ ਹੈ, ਜਿਹੜੀ ਉਸ ਜੋ ਪਿਤਾ ਹੈ ਉਹਦੀ ਜਿਹੜੀ ਹੋਂਦ ਜਾਂ ਅਣਹੋਂਦ ਦੇ ਬਾਰੇ ਗੱਲ ਕਰਦੀ ਹੈ। ਸੋ ਦੀ ਲਾਈਨ ਲਾਈਕ ਅ ਵਰਡ ਡਰੋਪਡ ਫਰੋਮ ਅ ਲੌਂਗ ਸੈਂਟੈਂਸ ਡਿਸਕ੍ਰਾਈਬ ਦੀ ਫਾਦਰਸ ਇਰਰੀਲੀਵੈਂਸ ਟੂ ਦੀ ਟ੍ਰੇਨ, ਜਿਵੇਂ ਇੱਕ ਕਵੀ ਜਾਂ ਕੋਈ ਲਿਖਾਰੀ ਰਬੜ ਮਿਟਾ ਕੇ ਕੋਈ ਸੈਂਟੈਂਸ ਵਿੱਚੋਂ ਵਾਕ ਹਟਾ ਦੇਵੇ ਜਾਂ ਕੱਟ ਦੇਵੇ, ਉਸ ਤਰ੍ਹਾਂ ਉਹ ਜਿਹੜਾ ਹੈ ਉਹਦਾ ਪਿਤਾ ਹੈ, ਉਹਦੀ ਹੋਂਦ ਹੈ। ਉਹ ਟ੍ਰੇਨ 'ਚ ਚੜ੍ਹਿਆ, ਕਿਸੇ ਨੂੰ ਕੋਈ ਫਰਕ ਨਹੀਂ ਪਿਆ, ਟ੍ਰੇਨ 'ਚ ਉਤਰ ਗਿਆ, ਕਿਸੇ ਨੂੰ ਕੋਈ ਫਰਕ ਨਹੀਂ ਪਿਆ, ਕਿਉਂਕਿ ਸਾਰੇ ਸਾਇਲੈਂਟ ਕੰਪਿਊਟਰ ਸੀਗੇ, ਸਾਰੇ ਚੁੱਪ ਆਪਣੇ ਆਪ 'ਚ ਗੁੰਮਸੁੰਮ ਆਪਣੀ ਦੁਨੀਆ 'ਚ, ਕੋਈ ਕਿਸੇ ਨਾਲ ਗੱਲ ਨਹੀਂ ਕਰਦਾ ਤੇ ਉਹ ਸਫ਼ਰ ਕਰਦੇ ਪਏ ਨੇ। ਸੋ ਇਸ ਕਰਕੇ ਉਹ ਇਰਰੀਲੀਵੈਂਟ ਹੈਗਾ। ਕੁਐਸਚਨ ਨੰਬਰ ਸੀ ਰਾਈਟ 2 ਰੀਜ਼ਨਸ ਫॉर ਫਾਦਰਸ ਆਈਜ਼ ਬੀਇੰਗ ਡਿਮਡ, ਅਰਥਾਤ ਪਿਤਾ ਦੀਆਂ ਅੱਖਾਂ ਦਾ ਧੁੰਦਲੇਪਨ ਦੇ ਬਾਰੇ ਜਿਹੜੀ ਹੈ 2 ਕਾਰਨ ਦੱਸੋ। ਸੋ ਦੀ 2 ਰੀਜ਼ਨਸ ਫॉर ਫਾਦਰਸ ਆਈਜ਼ ਬੀਇੰਗ ਡਿਮਡ ਆਰ, ਇੱਕ ਤੇ ਏਜ ਉਮਰ ਦੇ ਨਾਲ, ਤੇ ਦੂਜਾ ਹੈ ਹਿਊਮਿਡ ਮੌਨਸੂਨ ਨਾਈਟ, ਅਰਥਾਤ ਮੌਨਸੂਨ ਦੀ ਸਿੱਲੀ ਰਾਤ। ਕੁਐਸਚਨ ਡੀ ਵੇਅਰ ਡਜ਼ ਫਾਦਰ ਗੋ ਆਫਟਰ ਗੈਟਿੰਗ ਆਫ ਦੀ ਟ੍ਰੇਨ, ਅਰਥਾਤ ਟ੍ਰੇਨ ਤੋਂ ਉਤਰਨ ਤੋਂ ਬਾਅਦ ਪਿਤਾ ਕਿੱਥੇ ਜਾਂਦਾ ਹੈ। ਆਫਟਰ ਗੈਟਿੰਗ ਆਫ ਦੀ ਟ੍ਰੇਨ ਫਾਦਰ ਹਰੀਜ਼ ਅਕ੍ਰੋਸ ਦੀ ਪਲੇਟਫਾਰਮ, ਅਰਥਾਤ ਪਲੇਟਫਾਰਮ ਨੂੰ ਦੌੜ ਕੇ ਪਾਰ ਕਰਦਾ ਹੈ। ਕ੍ਰੋਸਿਸ ਦੀ ਰੇਲਵੇ ਲਾਈਨ, ਫਿਰ ਰੇਲ ਦੀ ਪਟਰੀ ਨੂੰ ਪਾਰ ਕਰਦਾ ਹੈ। ਐਂਡ ਐਂਟਰਸ ਦੀ ਲੇਨ, ਆਪਣੇ ਘਰ ਦੀ ਗਲੀ ਵਿੱਚ ਪ੍ਰਵੇਸ਼ ਕਰਦਾ ਹੈ। ਸੋ ਸੈਕਸ਼ਨ ਨੰਬਰ 2 ਆ ਗਿਆ, ਰੀਡ ਦੀ ਲਾਈਨਸ ਗਿਵਨ ਬਿਲੋ ਐਂਡ ਆਨਸਰ ਦੀ ਕੁਐਸਚਨਸ ਦੈਟ ਫੋਲੋ। ਹੇਠ ਲਿਖੀਆਂ ਲਾਈਨਾਂ ਪੜ੍ਹੋ ਤੇ ਅੱਗੇ ਜਿਹੜੇ ਸਵਾਲ ਆਉਣਗੇ ਉਹਨਾਂ ਦੇ ਜਵਾਬ ਦਿਓ। ਹਿਸ ਸਲਨ ਚਿਲਡਰਨ ਹੈਵ ਆਫਟਨ ਰਿਫਿਊਜ਼ ਟੂ ਸ਼ੇਅਰ ਜੋਕਸ ਐਂਡ ਸੀਕ੍ਰੇਟਸ ਵਿਦ। ਸਲਨ ਮੈਨੇ ਹੁੰਦਾ ਹੈ ਖਿਜੀ, ਉਦਾਸੀ ਅਤੇ ਚੁੱਪੀ ਦਾ ਸੁਮੇਲ। ਬੰਦਾ ਚੁੱਪ ਹੋਵੇ, ਰੁੱਠਿਆ ਹੋਵੇ, ਰੁੱਸਿਆ ਹੋਵੇ ਤੇ ਥੋੜਾ ਜਿਹਾ ਅੰਦਰ ਕੁੜਕੁੜ ਵੀ ਹੋਵੇ, ਖਿਜੀ ਹੋਵੇ, ਉਦਾਸੀ ਹੋਵੇ ਤੇ ਚੁੱਪ ਹੋਵੇ, ਬੋਲੇ ਨਾ, ਉਹਨੂੰ ਕਹਿੰਦੇ ਆ ਸਲਨ। ਹਿਸ ਸਲਨ ਚਿਲਡਰਨ, ਅਰਥਾਤ ਉਹਦੇ ਗੁੰਮਸੁੰਮ ਹੋਏ ਬੱਚੇ, ਹੈਵ ਆਫਟਨ ਰਿਫਿਊਜ਼ ਟੂ ਸ਼ੇਅਰ ਜੋਕਸ ਐਂਡ ਸੀਕ੍ਰੇਟਸ ਵਿਦ ਹਿਮ, ਉਹਨਾਂ ਨੇ ਆਮ ਤੌਰ ਤੇ ਹੀ ਉਹਦੇ ਨਾਲ ਆਪਣੇ ਜਿਹੜੇ ਲਤੀਫੇ ਨੇ, ਹਾਸੇ ਠੱਠੇ, ਕੋਈ ਚੁਟਕਲੇ ਨੇ,
ਉਹ ਅਤੇ ਆਪਣੀਆਂ ਗੱਲਾਂ ਡੂੰਘੀਆਂ ਭੇਤ ਜਿਹੜੇ ਨੇ ਉਹਨਾਂ ਉਹਦੇ ਆਪਣੇ ਪਿਤਾ ਨਾਲ ਸਾਂਝੇ ਕਰਨ ਤੋਂ ਇਨਕਾਰ ਕੀਤਾ ਹੈ ਆਮ ਤੌਰ ਤੇ ਹੀ। ਹੀ ਵਿਲ ਨਾਓ ਗੋ ਟੂ ਸਲੀਪ, ਉਹ ਹੁਣ ਸੌਣ ਜਾਏਗਾ। ਲਿਸਨਿੰਗ ਟੂ ਦੀ ਸਟੈਟਿਕ ਔਨ ਦਾ ਰੇਡੀਓ, ਸਟੈਟਿਕ ਹੁੰਦਾ ਹੈ ਜਿਹੜੇ ਬਿਜਲੀ ਦੇ ਯੰਤਰਾਂ ਵਿੱਚ ਖਾਸ ਤੌਰ ਤੇ ਰੇਡੀਓ ਟੀਵੀ ਵਿੱਚ ਕੜਕੜ ਦੀ ਆਵਾਜ਼ ਆਉਂਦੀ ਹੈ, ਉਹਨੂੰ ਕਹਿੰਦੇ ਨੇ ਇਲੈਕਟ੍ਰੀਕਲ ਨੋਇਜ਼, ਉਹਨੂੰ ਸਟੈਟਿਕ ਕਿਹਾ ਜਾਂਦਾ ਹੈ। ਉਹਨੂੰ ਸੁਣਦੇ ਹੋਏ, ਡ੍ਰੀਮਿੰਗ ਆਫ ਹਿਸ ਐਂਸੈਸਟਰਸ, ਆਪਣੇ ਪੁਰਖਿਆਂ ਦੇ ਬਾਰੇ ਸੁਪਨੇ ਲੈਂਦੇ ਹੋਏ, ਐਂਡ ਗ੍ਰੈਂਡ ਚਿਲਡਰਨ, ਆਪਣੇ ਆਉਣ ਵਾਲੇ ਪੋਤਾ ਪੋਤੀ ਦੋਤੇ ਦੋਤੀਆਂ ਬਾਰੇ ਸੋਚਦੇ ਆਪਣਾ ਸੁਪਨੇ ਲੈਂਦੇ ਹੋਏ। ਥਿੰਕਿੰਗ ਆਫ ਨੋਮੈਡਸ, ਨੋਮੈਡਸ ਹੁੰਦੇ ਨੇ ਖਾਨਾ ਬਦੋਸ਼ ਜਾਂ ਟੱਪਰੀ ਵਾਸਾਂ ਬਾਰੇ ਸੁਪਨੇ ਸੋਚਦੇ ਹੋਏ। ਐਂਟਰਿੰਗ ਅ ਸਬ ਕੰਟੀਨੈਂਟ ਥਰੂ ਅ ਨੈਰੋ ਪਾਸ, ਜੋ ਕਿ ਇੱਕ ਭੀੜੇ ਰਾਹ ਦੇ ਵਿੱਚੋਂ ਕਿਸੇ ਉਪ ਮਹਾਦੀਪ ਦੇ ਵਿੱਚ ਪ੍ਰਵੇਸ਼ ਕਰਦੇ ਹੋਏ ਨੇ, ਇਹਨਾਂ ਬਾਰੇ ਉਹ ਸੋਚ ਰਿਹਾ ਹੈ। ਸੋ ਆਓ ਹੁਣ ਦੇਖੀਏ ਸਵਾਲ। क्वेश्चन नंबर ए, एक्सप्लेन दी बिहेवियर ऑफ दी ओल्ड मैनस चिल्ड्रन टुवर्ड्स हिम, अर्थात ਜਿਹੜਾ ਬਜ਼ੁਰਗ ਆਦਮੀ ਹੈ ਉਹਦੇ ਬੱਚਿਆਂ ਦਾ ਉਹਦੇ ਪ੍ਰਤੀ ਕੀ ਵਿਹਾਰ ਹੈ ਉਹ ਦੱਸੋ। ਸੋ ਦੀ ਬਿਹੇਵੀਅਰ ਆਫ ਦੀ ਓਲਡ ਮੈਨਸ ਚਿਲਡਰਨ ਟੁਵਰਡਸ ਹਿਮ ਇਜ਼ ਚੀਅਰਲੈਸ ਐਂਡ ਕੋਲਡ, ਅਰਥਾਤ ਜਿਹੜੇ ਬਜ਼ੁਰਗ ਆਦਮੀ ਦੇ ਬੱਚੇ ਨੇ ਉਹਨਾਂ ਦਾ ਵਿਹਾਰ ਆਪਣੇ ਪਿਤਾ ਦੇ ਪ੍ਰਤੀ ਚੀਅਰਲੈਸ ਵੀ ਹੁੰਦਾ ਹੈ, ਰੁੱਖਾ, ਮਤਲਬ ਮੂੰਹ ਤੇ ਮੁਸਕਾਨ ਨਹੀਂ ਹੈਗੀ, ਐਵੇਂ ਲਾ ਕੇ ਮਾਰਨ ਵਾਲੀ ਗੱਲ ਹੈਗੀ। ਚੀਅਰਲੈਸ ਐਂਡ ਕੋਲਡ ਮੈਨੇ ਠੰਡਾ, ਕਹਿੰਦਾ ਵੀ ਉਹਨੇ ਠੰਡਾ ਸਵਾਗਤ, ਇੱਕ ਤਾਂ ਉਹਨੇ ਨਿੱਘਾ ਸਵਾਗਤ ਕਰਨਾ, ਇੱਕ ਉਹਦਾ ਠੰਡਾ, ਅਰਥਾਤ ਉਹਨਾਂ ਦੇ ਪ੍ਰਤੀ ਜਿਹੜਾ ਆਪਣੇ ਪਿਤਾ ਦੇ ਪ੍ਰਤੀ ਉਹਨਾਂ ਦਾ ਵਿਹਾਰ ਜਿਹੜਾ ਹੈ ਉਹ ਰੁੱਖਾ ਅਤੇ ਠੰਡਾ ਹੈ। ਠੀਕ ਹੈ। ਦੇ ਡੂ ਨਾਟ ਕਨਵਰਸ ਵਿਦ ਹਿਮ, ਕਨਵਰਸ ਹੁੰਦਾ ਗੱਲਬਾਤ ਕਰਨੀ, ਉਹ ਉਹਦੇ ਨਾਲ ਗੱਲਬਾਤ ਨਹੀਂ ਕਰਦੇ। ਐਂਡ ਰਿਫਿਊਜ਼ ਟੂ ਸ਼ੇਅਰ ਦੇਅਰ ਜੋਕਸ ਐਂਡ ਸੀਕ੍ਰੇਟਸ, ਅਤੇ ਉਹਦੇ ਨਾਲ ਆਪਣੇ ਜਿਹੜੇ ਚੁਟਕਲੇ ਨੇ, ਆਪਣੀ ਕੋਈ ਹਾਸੇ ਮਜ਼ਾਕ ਦੀਆਂ ਗੱਲਾਂ ਨੇ, ਲਤੀਫੇ ਨੇ, ਉਹ ਅਤੇ ਆਪਣੀਆਂ ਕੋਈ ਡੂੰਘੀਆਂ ਵਿਚਾਰਾਂ, ਗੱਲਾਂ, ਸੀਕ੍ਰੇਟ ਨੇ, ਭੇਦ ਨੇ, ਉਹਦੇ ਨਾਲ ਸਾਂਝਾ ਕਰਨ ਤੋਂ ਇਨਕਾਰ ਕਰ ਦਿੰਦੇ ਆ। What does he do after being written off by his children? ਰਾਈਟ ਆਫ ਹੁੰਦਾ ਬੱਚੇ ਉਹ ਲਾ ਕੇ ਮਾਰਨਾ, ਜਾਂ ਕੋਈ ਚੀਜ਼ ਅਸੀਂ ਕਹੀਏ ਨਕਾਰਾ ਹੈਗੀ ਏ ਤੇ ਉਹਨੂੰ ਛੱਡ ਦੇਣਾ, ਸੁੱਟ ਦੇਣਾ, ਉਹਨੂੰ ਕਹਿੰਦੇ ਰਾਈਟ ਆਫ। ਸੋ ਇਸ ਤਰ੍ਹਾਂ ਜਦੋਂ ਉਹਦੇ ਬੱਚੇ ਨੇ ਉਹਨੂੰ ਲਾ ਕੇ ਮਾਰਦੇ ਨੇ, ਅਰਥਾਤ ਉਹਨਾਂ ਰੁੱਖਾ ਵਿਹਾਰ ਹੈਗਾ, ਉਹਦੇ ਨਾਲ ਹੱਸਦੇ ਨਹੀਂ, ਉਹਨਾਂ ਕੋਈ ਗੱਲ ਨਹੀਂ ਕਰਦੇ, ਤੇ ਉਹ ਲਾ ਕੇ ਮਾਰੇ ਨਾ, ਵੀ ਪਿਤਾ ਜੀ ਨੇ ਕਿਹਾ ਵੀ ਤੇਰਾ ਹੋਇਆ ਨਾ ਹੋਇਆ ਦਾ ਸਾਨੂੰ ਕੋਈ ਫਰਕ ਨਹੀਂ ਪੈਂਦਾ, ਵੀ ਤੂੰ ਪਰੇ ਜਾ ਕੇ ਬਹਿ ਜਾ ਕੋਨੇ 'ਚ। ਸੋ ਵਟ ਡਜ਼ ਹੀ ਡੂ, ਉਹ ਜਿਹੜਾ ਪਿਤਾ ਹੈ ਜਦੋਂ ਆਪਣੇ ਬੱਚਿਆਂ ਦੁਆਰਾ ਇੱਦਾਂ ਤਿਰਸਕਾਰਿਤ ਕੀਤਾ ਜਾਂਦਾ ਹੈ, ਅਰਥਾਤ ਲਾਂਭੇ ਲਾ ਕੇ ਸੁੱਟਿਆ ਜਾਂਦਾ ਹੈ, ਤੇ ਉਹ ਕੀ ਕਰਦਾ ਹੈ। ਸੋ ਆਫਟਰ ਬੀਇੰਗ ਰਿਟਨ ਆਫ ਬਾਏ ਹਿਸ ਚਿਲਡਰਨ, ਅਰਥਾਤ ਆਪਣੇ ਬੱਚਿਆਂ ਵੱਲੋਂ ਇਸ ਤਰ੍ਹਾਂ ਤਿਰਸਕਾਰੇ ਜਾਣ ਤੋਂ ਬਾਅਦ, ਲਾਂਭੇ ਸੁੱਟੇ ਜਾਣ ਤੋਂ ਬਾਅਦ, ਦੀ ਓਲਡ ਮੈਨ ਸਲੀਪਸ, ਉਹ ਸੌਂਦਾ ਹੈ, ਸੌਣ ਚਲਾ ਜਾਂਦਾ ਹੈ। ਲਿਸਨਿੰਗ ਟੂ ਦੀ ਰੇਡੀਓ ਸਟੈਟਿਕ, ਆਪਣੇ ਰੇਡੀਓ ਦਾ ਜਿਹੜਾ ਰੌਲਾ ਹੈ, ਇਲੈਕਟ੍ਰੀਕਲ ਨੋਇਜ਼ ਹੈ, ਉਹਨੂੰ ਸੁਣਦੇ ਹੋਏ। ਡ੍ਰੀਮਿੰਗ ਆਫ ਹਿਸ ਫੋਰ ਫਾਦਰਸ, ਆਪਣੇ ਪੁਰਖਿਆਂ ਦੇ ਸੁਪਨੇ ਲੈਂਦੇ ਹੋਏ। ਐਂਡ ਗ੍ਰੈਂਡ ਚਿਲਡਰਨ, ਆਪਣੇ ਪੋਤੇ ਪੋਤੀਆਂ ਤੇ ਦੋਤੇ ਦੋਤੀਆਂ ਬਾਰੇ ਸੁਪਨੇ ਲੈਂਦੇ ਹੋਏ। ਐਂਡ ਥਿੰਕਿੰਗ ਆਫ ਨੋਮੈਡਸ, ਜਿਹੜੇ ਖਾਣਾ ਬਦੋਸ਼ ਹੁੰਦੇ ਨੇ ਜਾਂ ਟੱਪਰੀਵਾਸ ਹੁੰਦੇ ਨੇ, ਉਹਨਾਂ ਬਾਰੇ ਸੋਚਦੇ ਹੋਏ ਉਹ ਸੌ ਜਾਂਦਾ ਹੈ। ਫਿਰ ਆ ਗਿਆ ਕੁਐਸਚਨ ਨੰਬਰ ਸੀ, ਹਾਊ ਕੈਨ ਯੂ ਸੇ ਦੈਟ ਹਿਸ ਡ੍ਰੀਮ ਮਿਰਰਸ। ਮਿਰਰ ਦਾ ਬੱਚੋ ਇੱਕ ਮਤਲਬ ਨਾਉਨ ਦਾ ਹੁੰਦਾ ਸ਼ੀਸ਼ਾ, ਲੁਕਿੰਗ ਗਲਾਸ, ਜਿਹਦੇ ਵਿੱਚ ਅਸੀਂ ਆਪਣਾ ਅਕਸ ਦੇਖ ਕੇ ਆਪਣੀ ਦਸਤਾਰ ਸਜਾਉਂਦੇ ਹਾਂ, ਤਿਆਰ ਹੁੰਦੇ ਹਾਂ। ਪਰ ਇੱਥੇ ਦੇਖੋ ਮਿਰਰਸ ਹੈਗਾ, ਹਾਊ ਕੈਨ ਯੂ ਸੇ ਦੈਟ ਹਿਸ ਡ੍ਰੀਮ ਮਿਰਰਸ, ਇੱਥੇ ਮਿਰਰ ਵਰਬ ਹੈਗੀ ਹੈ। ਸੋ ਇੱਥੇ ਮਿਰਰਸ ਦਾ ਮਤਲਬ ਹੈ ਰਿਫਲੈਕਟਸ, ਦਰਸਾਉਂਦਾ ਹੈ, ਜਾਂ ਰਿਜ਼ੈਂਬਲਸ, ਉਹਦੇ ਨਾਲ ਮੇਲ ਖਾਂਦਾ ਹੈ। ਕਹਿੰਦੇ ਹਾਊ ਕੈਨ ਯੂ ਸੇ, ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਉਹਦਾ ਜਿਹੜਾ ਸੁਪਨਾ ਹੈ, ਮਿਰਰਸ ਮੈਨੇ ਰਿਫਲੈਕਟਸ, ਦਰਸਾਉਂਦਾ ਹੈ, that the old man is either thinking about his past or his future। ਕਹਿੰਦੇ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਜਿਹੜਾ ਉਹ ਬਜ਼ੁਰਗ ਆਦਮੀ ਹੈ ਉਹਦਾ ਸੁਪਨਾ ਜਿਹੜਾ ਹੈ ਇਹ ਦਰਸਾਉਂਦਾ ਹੈ ਕਿ ਉਹ ਆਪਣੇ ਭੂਤਕਾਲ ਬਾਰੇ ਸੋਚ ਰਿਹਾ ਹੈ ਤੇ ਜਾਂ ਆਪਣੇ ਭਵਿੱਖ ਬਾਰੇ ਸੋਚ ਰਿਹਾ ਹੈ। ਕਿੱਦਾਂ ਪਤਾ ਲੱਗਦਾ ਹੈ ਬੱਚੇ? ਬੜਾ ਸੌਖਾ ਹੈ। ਸੋ ਦੇਖੋ ਇਹਦਾ ਜਵਾਬ ਇੱਦਾਂ ਦੇਣਾ ਦੋ ਲਾਈਨਾਂ ਵਿੱਚ, ਕਿਉਂਕਿ ਇੱਕ ਪਾਸਟ ਦਾ ਹੈ ਤੇ ਫਿਊਚਰ ਦਾ ਹੈ। ਹਿਸ ਡ੍ਰੀਮ ਮਿਰਰਸ ਹਿਸ ਪਾਸਟ, ਉਹਦਾ ਜਿਹੜਾ ਸੁਪਨਾ ਹੈ ਉਹਦੇ ਭੂਤਕਾਲ ਨੂੰ ਦਰਸਾਉਂਦਾ ਹੈ, ਬਿਕੋਜ਼ ਕਿਉਂਕਿ ਹੀ ਇਜ਼ ਥਿੰਕਿੰਗ ਆਫ ਹਿਸ ਫੋਰ ਫਾਦਰਸ, ਕਿਉਂਕਿ ਆਪਣੇ ਪੁਰਖਿਆਂ ਬਾਰੇ ਸੋਚ ਰਿਹਾ ਹੈ। ਫੋਰ ਫਾਦਰ ਕੌਣ ਹੁੰਦੇ ਨੇ? ਦਾਦਾ ਦਾਦੀ, ਨਾਨਾ ਨਾਨੀ, ਪੜਦਾਦਾ, ਹਨਾ, ਪੜਦਾਦੀ, ਪੜਨਾਨਾ ਪੜਨਾਨੀ, ਲੱਕੜ ਦਾਦਾ ਲੱਕੜ ਦਾਦੀ, ਲੱਕੜ ਨਾਨਾ ਲੱਕੜ ਨਾਨੀ। ਸੋ ਕਿਉਂਕਿ ਉਹ ਹੁਣ ਉਹਦੇ ਬੀਤੇ ਵਿੱਚ ਹੋਏ ਨੇ, ਇਸ ਦੁਨੀਆ ਵਿੱਚ ਨਹੀਂ ਹੈਗੇ। ਸੋ ਕਿਉਂਕਿ ਉਹ ਆਪਣੇ ਪੁਰਖਿਆਂ ਬਾਰੇ ਸੋਚ ਰਿਹਾ ਹੈ ਤੇ ਇੱਧਰੋਂ ਦੀ ਪਤਾ ਲੱਗਦਾ ਕਿ ਉਹਦਾ ਸੁਪਨਾ ਜਿਹੜਾ ਹੈ ਉਹਦੇ ਭੂਤਕਾਲ ਨੂੰ ਦਰਸਾਉਂਦਾ ਹੈ। ਠੀਕ ਹੈ। ਐਂਡ ਹਿਸ ਡ੍ਰੀਮ ਮਿਰਰਸ ਹਿਸ ਫਿਊਚਰ, ਤੇ ਉਹਦਾ ਸੁਪਨਾ ਉਹਦੇ ਭਵਿੱਖਕਾਲ ਨੂੰ ਦਰਸਾਉਂਦਾ ਹੈ, ਬਿਕੋਜ਼ ਹੀ ਇਜ਼ ਥਿੰਕਿੰਗ ਅਬਾਊਟ ਹਿਸ ਗ੍ਰੈਂਡ ਚਿਲਡਰਨ, ਕਿਉਂਕਿ ਉਹ ਆਪਣੇ ਪੋਤੇ ਪੋਤੀਆਂ ਤੇ ਦੋਤੇ ਦੋਤੀਆਂ ਬਾਰੇ ਵੀ ਸੋਚ ਰਿਹਾ ਹੈ। ਇਸ ਕਰਕੇ ਇੱਧਰੋਂ ਪਤਾ ਲੱਗਦਾ ਕਿ ਉਹਦਾ ਜਿਹੜਾ ਸੁਪਨਾ ਹੈ ਉਹਦੇ ਭਵਿੱਖ ਨੂੰ ਦਰਸਾਉਂਦਾ ਹੈ।
सो इस तरह बच्चों वो कविता विच लिखिया तो कविता राही साडा जवाब तैयार हो गया। आखिरी क्वेश्चन आ गया, ड्रॉ अ पेन पोर्ट्रेट ऑफ अ पोएट्स फादर जिहड़ा अर्थात कवि का जो पिता है ਉਹਦਾ ਤੁਸੀਂ पोर्ट्रेट तस्वीर बनाओ किहदे राही, कलम राही, कलम की तस्वीर अर्थात शब्दों के विच ਉਹਦਾ जो किरदार है ਉਹਦੀ जो तस्वीर है वो खिंचो। पेन पोर्ट्रेट एक तो पोर्ट्रेट होंदा बच्चों भी चित्रकार किसी का शक्ल बनाता है, तो पेन पोर्ट्रेट होंदा भी ਉਹਦੀ जो किरदार है वो जो पात्र है ਉਹਦਾ स्कैच खिंचो शब्दों के विच। ठीक है, सो जवाब है दी पोएट्स फादर फील्स लोनली इन दिस क्राउडेड वर्ल्ड। जो कवि का पिता है वो इस भीड़ भड़के वाली दुनिया दे विच कल्ला महसूस करता है। एंड वंडर्स मैंने हैरान होया सोचता है अबाउट द मैनस एलियनेशन फ्रॉम द वर्ल्ड द मैन हैज मेड। जिहड़ी दुनिया मनुख ने बनाई है उसी दुनिया तो इस मनुख का जिहड़ा ओपरापन है, दूरी है, ਉਹਦੇ बारे वो हैरान होया सोचता है, जिहड़ा दुनिया मनुख ने आप बनाई है। हिज चिल्ड्रन रिमेन सलन, ਉਹਦੇ ਜਿਹੜੇ चिल्ड्रन ने, ਉਹਦੇ ਬੱਚੇ ਨੇ, ਉਹਦੇ ਪ੍ਰਤੀ ਇੱਕਦਮ ਗੁੰਮਸੁਮ ਹੋਏ ਰਹਿੰਦੇ ਹਨ। एंड aloof from him, ਅਤੇ ਉਹ ਤੋਂ ਇਕੱਲੇ ਹੋ ਕੇ ਰਹਿੰਦੇ ਹਨ। they never share jokes or their secrets with him, ਉਹ ਉਹਦੇ ਨਾਲ ਕਦੀ ਵੀ ਆਪਣੇ ਲਤੀਫੇ, ਚੁਟਕਲੇ ਜਾਂ ਭੇਤ ਜਿਹੜੇ ਨੇ, ਆਪਣੀਆਂ ਡੂੰਘੀਆਂ ਗੱਲਾਂ ਉਹਨਾਂ ਸਾਂਝੀਆਂ ਨਹੀਂ ਕਰਦੇ। he sits alone, ਉਹ ਇਕੱਲਾ ਬੈਠਾ ਰਹਿੰਦਾ ਹੈ। listening to the static on his radio, ਆਪਣੇ ਰੇਡੀਓ ਦੇ ਉੱਤੇ ਉਹ ਰੇਡੀਓ ਦੀ ਕੜਕੜ ਦੀ ਆਵਾਜ਼ ਸੁਣਦਾ ਹੋਇਆ। and tries sleeping, ਅਤੇ ਸੌਣ ਦਾ ਯਤਨ ਕਰਦਾ ਹੈ। dreaming of his ancestors and grandchildren, ਆਪਣੇ ਪੁਰਖਿਆਂ ਅਤੇ ਆਉਣ ਵਾਲੀਆਂ ਜਿਹੜੇ ਉਹਦੇ ਬੱਚੇ, ਪੋਤੇ ਪੋਤੀਆਂ, ਦੋਤੇ ਦੋਤੀਆਂ ਬਾਰੇ ਸੁਪਨੇ ਲੈਂਦਾ ਹੋਇਆ ਉਹ ਸੌਣ ਦਾ ਯਤਨ ਕਰਦਾ ਹੈ। ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੀ ਇਸ ਕਵਿਤਾ ਦੇ ਕੁਐਸਚਨਸ ਐਂਡ ਆਨਸਰਸ। ਸੋ ਤੁਸੀਂ ਇਸੇ ਤਰ੍ਹਾਂ ਮਿਹਨਤ ਦੇ ਨਾਲ, ਜੋਸ਼ ਦੇ ਨਾਲ, ਅਨੁਸ਼ਾਸਨ ਦੇ ਨਾਲ ਆਪਣੀ ਪੜ੍ਹਾਈ ਕਰੀ ਚਲੋ ਤੇ ਅਗਲੀ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।